ਦੋਸਤੋ, ਸਾਡੀ ਅੱਜ ਦੀ ਕਹਾਣੀ ਇੱਕ ਬਾਪ ਦੀ ਜ਼ਿੰਦਗੀ 'ਤੇ ਆਧਾਰਿਤ ਹੈ, ਜਿਸ ਨੂੰ ਸੁਣ ਕੇ ਹਰ ਉਹ ਅੱਖ ਨਮ ਹੋ ਜਾਵੇਗੀ ਜੋ ਅਸਲ ਵਿੱਚ ਆਪਣੇ ਮਾਂ-ਬਾਪ ਨੂੰ ਸੱਚਾ ਪਿਆਰ ਕਰਦੀ ਹੈ। ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ, ਬਹੁਤ ਜ਼ਬਰਦਸਤ ਕਹਾਣੀ ਹੈ। ਮੈਂ ਫਾਤਿਮਾ ਇਮਰਾਨ ਇੱਕ ਆਮ ਜਿਹੀ ਘਰੇਲੂ ਔਰਤ ਹਾਂ। ਸਾਡੇ ਦੋਵਾਂ ਮੀਆਂ ਬੀਵੀ ਵਿੱਚ ਬਹੁਤ ਪਿਆਰ ਅਤੇ ਚਾਹਤ ਸੀ। ਮੇਰੇ ਪਤੀ ਇਮਰਾਨ ਬਹੁਤ ਚੰਗੇ ਸਨ, ਪਰ ਮੇਰੀ ਵੀ ਇਹੀ ਕਹਾਣੀ ਹੈ ਜੋ ਅਕਸਰ ਔਰਤਾਂ ਦੀ ਹੁੰਦੀ ਹੈ। ਵਿਆਹ ਤੋਂ ਬਾਅਦ 3 ਬੱਚਿਆਂ ਨਾਲ ਘਰ ਦੀ ਜ਼ਿੰਮੇਵਾਰੀ ਅਤੇ ਇਮਰਾਨ ਸਾਹਿਬ ਦੀ ਘੱਟ ਤਨਖਾਹ 'ਤੇ ਗੁਜ਼ਰ ਬਸਰ ਕਰਨਾ ਮੇਰੇ ਲਈ ਬੜਾ ਮੁਸ਼ਕਲ ਕੰਮ ਸੀ, ਜਦੋਂ ਕਿ ਘਰ ਵਿੱਚ ਹੋਰ ਕੋਈ ਮਦਦ ਕਰਨ ਵਾਲਾ ਵੀ ਨਹੀਂ ਸੀ। ਅਜਿਹੇ ਹਾਲਾਤਾਂ ਵਿੱਚੋਂ ਮੇਰੀ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਔਰਤਾਂ ਗੁਜ਼ਰਦੀਆਂ ਹੋਣਗੀਆਂ, ਪਰ ਜੋ ਕੁਝ ਮੇਰੇ ਨਾਲ ਹੋਇਆ ਉਸਨੇ ਮੇਰੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ। ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੇਰੇ ਵਿਆਹ ਨੂੰ 7 ਸਾਲ ਬੀਤ ਗਏ ਸਨ। ਹਰ ਵਾਰ ਉੱਪਰ ਵਾਲੇ ਨੇ ਸਿਰਫ ਧੀਆਂ ਹੀ ਦਿੱਤੀਆਂ, ਪਰ 3 ਕੁੜੀਆਂ ਵਿੱਚ ਬਸ 2-2 ਸਾਲ ਦਾ ਹੀ ਫਰਕ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸੰਭਾਲ ਵੀ ਨਹੀਂ ਪਾਉਂਦੀ ਸੀ। ਇਮਰਾਨ ਦਾ ਛੋਟਾ ਜਿਹਾ ਘਰ, ਘੱਟ ਤਨਖਾਹ, ਨਾ ਕੋਈ ਨੌਕਰ ਨਾ ਚਾਕਰ, ਛੋਟੇ-ਛੋਟੇ ਬੱਚਿਆਂ ਨਾਲ ਮੈਥੋਂ ਇਕੱਲੀ ਤੋਂ ਘਰ ਦੇ ਕੰਮਕਾਜ ਸੰਭਾਲਿਆ ਨਹੀਂ ਸੰਭਲਦੇ ਸਨ। ਇਮਰਾਨ ਵੀ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ, ਪਰ ਉਹਨਾਂ ਦੇ ਪਿਤਾ ਜੀ ਮੇਰੇ ਵਿਆਹ ਤੋਂ ਪਹਿਲਾਂ ਹੀ ਗੁਜ਼ਰ ਚੁੱਕੇ ਸਨ ਅਤੇ ਮੇਰੀ ਸੱਸ ਮੇਰੇ ਵਿਆਹ ਤੋਂ 1 ਸਾਲ ਬਾਅਦ ਹੀ ਚੱਲ ਵਸੀ ਸੀ। ਇੱਕ ਇਕੱਲੀ ਔਰਤ ਲਈ ਇੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਬੜਾ ਔਖਾ ਹੁੰਦਾ ਹੈ। ਹਾਲਾਂਕਿ ਇਮਰਾਨ ਸਾਹਿਬ ਸਵੇਰੇ ਨਾਸ਼ਤਾ ਬਣਾਉਣ ਵਿੱਚ ਮੇਰੀ ਮਦਦ ਕਰ ਦਿੰਦੇ ਸਨ, ਪਰ ਜਦੋਂ ਉਹ ਆਪਣੇ ਆਫਿਸ ਚਲੇ ਜਾਂਦੇ ਤਾਂ ਮੈਂ ਸਾਰਾ ਦਿਨ ਕੰਮ ਵਿੱਚ ਉਲਝੀ ਰਹਿੰਦੀ ਸੀ। ਦਿਨ ਬੜੇ ਔਖੇ ਲੰਘ ਰਹੇ ਸਨ। ਘਰ ਵਿੱਚ ਕੋਈ ਨਹੀਂ ਸੀ ਜੋ ਮੇਰੀ ਗੱਲ ਸੁਣ ਸਕਦਾ। ਇਮਰਾਨ ਸ਼ਾਮ ਨੂੰ ਘਰ ਵਾਪਸ ਆਉਂਦੇ ਸਨ ਅਤੇ ਉਹ ਵੀ ਆਉਂਦੇ ਹੀ ਬੱਚਿਆਂ ਨਾਲ ਮਸਤ ਹੋ ਜਾਂਦੇ ਸਨ, ਅਤੇ ਰਾਤ ਦਾ ਖਾਣਾ ਖਾਂਦੇ ਹੀ ਅਸੀਂ ਦੋਨੋਂ ਆਪਣੀਆਂ ਜ਼ਿੰਮੇਵਾਰੀਆਂ ਨਾਲ ਇੰਨੇ ਥੱਕੇ ਹੁੰਦੇ ਸੀ ਕਿ ਲੇਟਦੇ ਹੀ ਨੀਂਦ ਆ ਜਾਂਦੀ ਸੀ। ਇੱਕ ਤਾਂ ਬੱਚਿਆਂ ਦੀ ਥਕਾ ਦੇਣ ਵਾਲੀ ਜ਼ਿੰਮੇਵਾਰੀ, ਉੱਤੋਂ ਘਰ ਦਾ ਸਾਰਾ ਕੰਮ। ਇਹ ਦਿਨ ਮੇਰੇ ਬਹੁਤ ਔਖੇ ਲੰਘ ਰਹੇ ਸਨ। ਇੱਕ ਦਿਨ ਇਮਰਾਨ ਇੱਕ ਵੱਡੀ ਉਮਰ ਦੇ ਆਦਮੀ ਨੂੰ ਆਪਣੇ ਘਰ ਲੈ ਆਏ ਅਤੇ ਫਿਰ ਮੈਨੂੰ ਬੋਲੇ ਕਿ ਲਓ ਬੇਗਮ ਸਾਹਿਬਾ, ਤੁਹਾਡਾ ਮਸਲਾ ਉੱਪਰ ਵਾਲੇ ਨੇ ਹੱਲ ਕਰਵਾ ਦਿੱਤਾ ਹੈ। ਅੱਜ ਤੋਂ ਇਹ ਨੌਕਰ ਤੇਰੇ ਸਾਰੇ ਕੰਮ ਕਰ ਦਿਆ ਕਰੇਗਾ ਅਤੇ ਬੱਚਿਆਂ ਨੂੰ ਵੀ ਸੰਭਾਲਿਆ ਕਰੇਗਾ। ਤੂੰ ਇਸ ਨੂੰ ਜੋ ਵੀ ਕੰਮ ਕਹੇਂਗੀ ਇਹ ਮਨਾ ਨਹੀਂ ਕਰੇਗਾ। ਬਸ ਸ਼ਾਮ ਨੂੰ 7 ਵਜੇ ਤੋਂ ਬਾਅਦ ਵਾਪਸ ਚਲਾ ਜਾਇਆ ਕਰੇਗਾ। ਇਮਰਾਨ ਮੈਨੂੰ ਕਹਿਣ ਲੱਗੇ ਕਿ ਇਹ ਬਜ਼ੁਰਗ ਮੇਰੇ ਆਫਿਸ ਦੇ ਬੌਸ ਦੇ ਘਰ ਵਿੱਚ ਨੌਕਰ ਹੈ। ਉਹ ਕੁਝ ਮਹੀਨੇ ਲਈ ਦੁਬਈ ਘੁੰਮਣ ਗਏ ਹਨ ਅਤੇ ਇੱਥੇ ਉਹਨਾਂ ਦਾ ਕੋਈ ਕਰੀਬੀ ਰਿਸ਼ਤੇਦਾਰ ਵੀ ਨਹੀਂ ਹੈ। ਇਸ ਲਈ ਉਹਨਾਂ ਨੇ ਕਿਹਾ ਹੈ ਕਿ ਮੈਂ ਇਸ ਨੂੰ ਆਪਣੇ ਨਾਲ ਲੈ ਜਾਵਾਂ। ਜੋ ਵੀ ਕੰਮਕਾਜ ਹੋਵੇਗਾ ਦੱਸ ਦੇਵੀਂ। ਦੇਖਣ ਵਿੱਚ ਉਹ ਆਦਮੀ ਅਧੇੜ ਉਮਰ ਦਾ ਸੀ। ਉਸਦੇ ਚਿਹਰੇ ਤੇ ਸ਼ਰਮਿੰਦਗੀ ਜਿਹੀ ਛਾਈ ਹੋਈ ਸੀ। ਉਸਦੇ ਸਿਰ ਦੇ ਸਾਰੇ ਵਾਲ ਸਫੇਦ ਸਨ। ਉਹ ਨਜ਼ਰਾਂ ਝੁਕਾ ਕੇ ਖੜਾ ਸੀ। ਸਾਦਾ ਜਿਹਾ ਕੁੜਤਾ ਪਜਾਮਾ ਅਤੇ ਚਿਹਰੇ ਤੇ ਸਫੇਦ ਰੇਸ਼ਮ ਵਰਗੀ ਦਾੜੀ। ਮੈਂ ਸੋਚਿਆ ਕਿ ਕੋਈ ਔਰਤ ਹੁੰਦੀ ਤਾਂ ਮੈਨੂੰ ਥੋੜ੍ਹਾ ਜਿਹਾ ਆਰਾਮ ਵੀ ਹੁੰਦਾ। ਇਹ ਬਜ਼ੁਰਗ ਆਦਮੀ ਭਲਾ ਮੇਰੀ ਕੀ ਮਦਦ ਕਰ ਸਕਦਾ ਹੈ? ਪਰ ਇਮਰਾਨ ਦੇ ਬੌਸ ਦਾ ਹੁਕਮ ਸੀ ਤਾਂ ਇਸ ਲਈ ਅਸੀਂ ਟਾਲ ਵੀ ਨਹੀਂ ਸਕਦੇ ਸੀ। ਉਹ ਸਵੇਰੇ 8 ਵਜੇ ਤੱਕ ਘਰ ਪਹੁੰਚ ਜਾਂਦਾ ਸੀ ਅਤੇ ਸ਼ਾਮ ਨੂੰ 7 ਵਜੇ ਤੋਂ ਬਾਅਦ ਵਾਪਸ ਚਲਾ ਜਾਂਦਾ ਸੀ। ਘਰ ਦਾ ਕੰਮਕਾਜ ਤਾਂ ਮੈਂ ਉਹਨਾਂ ਤੋਂ ਕੀ ਕਰਵਾ ਸਕਦੀ ਸੀ, ਪਰ ਹਾਂ, ਉਹਨਾਂ ਦੇ ਆਉਣ ਨਾਲ ਇਹ ਜ਼ਰੂਰ ਹੋਇਆ ਸੀ ਕਿ ਬੱਚੇ ਉਹਨਾਂ ਨਾਲ ਘੁਲ ਮਿਲ ਗਏ ਸਨ ਅਤੇ ਉਹ ਬੱਚਿਆਂ ਨੂੰ ਸੰਭਾਲ ਲੈਂਦੇ ਸਨ ਅਤੇ ਘਰ ਦੇ ਛੋਟੇ-ਮੋਟੇ ਕੰਮ ਵੀ ਕਰ ਦਿੰਦੇ ਸਨ। ਉਹ ਮੈਨੂੰ ਬੇਟੀ ਕਹਿ ਕੇ ਬੁਲਾਉਂਦੇ ਸਨ। ਜੇਕਰ ਮੈਂ ਰਸੋਈ ਦੇ ਕੰਮ ਵਿੱਚ ਉਲਝੀ ਹੁੰਦੀ ਤਾਂ ਆਪ ਵੀ ਰਸੋਈ ਵਿੱਚ ਆ ਜਾਂਦੇ ਅਤੇ ਕਹਿਣ ਲੱਗਦੇ, ਬੇਟੀ ਮੈਨੂੰ ਚਾਹ ਬਣਾਉਣੀ ਆਉਂਦੀ ਹੈ ਅਤੇ ਸਬਜ਼ੀ ਵੀ ਚੰਗੀ ਤਰ੍ਹਾਂ ਕੱਟ ਲੈਂਦਾ ਹਾਂ। ਕੋਈ ਕੰਮ ਹੋਵੇ ਤਾਂ ਬਿਨਾਂ ਝਿਜਕੇ ਕਹਿ ਦਿਆ ਕਰ। ਪੁਰਾਣੇ ਜਿਹੇ ਕੱਪੜੇ ਪਾ ਕੇ, ਮੋਢੇ 'ਤੇ ਰੁਮਾਲ ਲਟਕਾਏ, ਗਰਮੀ ਵਿੱਚ ਮੱਥੇ ਤੋਂ ਪਸੀਨਾ ਪੂੰਝਦੇ ਹੋਏ ਮੇਰੀ ਮਦਦ ਕਰਨ ਆ ਜਾਂਦੇ। ਉਹ ਮੇਰੇ ਪਿਤਾ ਦੀ ਉਮਰ ਦੇ ਸਨ। ਮੈਨੂੰ ਉਹਨਾਂ ਨੂੰ ਕੰਮ ਦੱਸਦੇ ਹੋਏ ਵੀ ਸ਼ਰਮ ਆਉਂਦੀ ਸੀ। ਮੈਂ ਉਹਨਾਂ ਨੂੰ ਕਹਿੰਦੀ, ਕੋਈ ਗੱਲ ਨਹੀਂ, ਤੁਸੀਂ ਰਹਿਣ ਦਿਓ। ਅਸੀਂ ਕਿਹੜਾ ਅਮੀਰ ਹਾਂ ਜੋ ਸਾਡਾ ਹੁਕਮ ਪੂਰਾ ਕਰਨਾ ਤੁਹਾਡੇ ਲਈ ਜ਼ਰੂਰੀ ਹੈ। ਬਸ ਤੁਸੀਂ ਬੱਚਿਆਂ ਨੂੰ ਸੰਭਾਲ ਲਿਆ ਕਰੋ ਅਤੇ ਬਾਜ਼ਾਰ ਤੋਂ ਸਮਾਨ ਲਿਆ ਦਿਆ ਕਰੋ। ਮੈਨੂੰ ਉਹਨਾਂ ਦੇ ਆਉਣ ਨਾਲ ਬਹੁਤ ਆਰਾਮਦਾਰੀ ਹੋ ਗਈ ਸੀ। ਬਾਜ਼ਾਰ ਦਾ ਸਾਰਾ ਸਮਾਨ ਮੈਂ ਉਹਨਾਂ ਤੋਂ ਮੰਗਵਾ ਲੈਂਦੀ ਸੀ ਅਤੇ 7 ਵਜੇ ਹੀ ਉਹ ਵਾਪਸ ਜਾਣ ਲਈ ਤਿਆਰ ਖੜੇ ਹੁੰਦੇ ਸਨ ਅਤੇ ਫਿਰ ਮੈਥੋਂ ਇਜਾਜ਼ਤ ਮੰਗਦੇ, ਬੇਟੀ ਮੈਂ ਵਾਪਸ ਜਾਵਾਂ? ਜਦੋਂ ਮੈਂ ਕਹਿੰਦੀ ਹਾਂ ਜੀ ਚਲੇ ਜਾਓ, ਤਾਂ ਉਹ ਕਹਿੰਦੇ ਕਿ ਮੈਨੂੰ 10 ਰੁਪਏ ਦੇ ਦੇ। ਪੈਸੇ ਤਾਂ ਅਕਸਰ ਮੇਰੇ ਕੋਲ ਹੁੰਦੇ ਹੀ ਸਨ। ਮੈਂ ਰੋਜ਼ 10 ਰੁਪਏ ਉਹਨਾਂ ਨੂੰ ਦੇ ਦਿਆ ਕਰਦੀ ਸੀ। ਇੱਕ ਦਿਨ ਮੈਂ ਉਹਨਾਂ ਨੂੰ 100 ਰੁਪਏ ਦਾ ਨੋਟ ਦਿੱਤਾ ਕਿ ਰੱਖ ਲਵੋ, ਪਰ ਉਹਨਾਂ ਨੇ ਵਾਪਸ ਕਰ ਦਿੱਤਾ ਕਿ ਧੀਏ ਸਿਰਫ 10 ਰੁਪਏ ਹੀ ਲਵਾਂਗਾ।
ਮੈਂ ਬਹੁਤ ਕਿਹਾ ਕਿ ਮੈਂ ਆਪਣੀ ਖੁਸ਼ੀ ਨਾਲ 100 ਰੁਪਏ ਦੇ ਰਹੀ ਹਾਂ, ਪਰ ਉਹਨਾਂ ਨੇ ਮਨਾ ਕਰ ਦਿੱਤਾ ਅਤੇ ਕਹਿਣ ਲੱਗੇ ਕਿ ਬਸ 10 ਹੀ ਲਵਾਂਗਾ। ਮੈਨੂੰ ਉਹਨਾਂ ਦੀ ਇਹ ਗੱਲ ਕੁਝ ਅਜੀਬ ਜਿਹੀ ਲੱਗੀ। 2 ਮਹੀਨੇ ਹੋ ਚੁੱਕੇ ਸਨ, ਇਸ ਲਈ ਮੈਂ ਉਹਨਾਂ ਨਾਲ ਹੁਣ ਚੰਗੀ ਘੁਲ ਮਿਲ ਗਈ ਸੀ। ਰਸੋਈ ਵਿੱਚ ਜਦੋਂ ਮੈਂ ਰੋਟੀ ਬਣਾ ਰਹੀ ਹੁੰਦੀ ਤਾਂ ਉਹ ਭਾਂਡੇ ਧੋਣ ਲੱਗ ਜਾਂਦੇ ਅਤੇ ਕਦੇ ਸਬਜ਼ੀ ਬਣਾ ਦਿੰਦੇ ਸਨ। ਉਹ ਮੇਰੇ ਨਾਲ ਬੱਚਿਆਂ ਬਾਰੇ ਵੀ ਗੱਲ ਕਰ ਲੈਂਦੇ ਸਨ, ਕਦੇ ਸਬਜ਼ੀ ਕੱਟਦੇ ਹੋਏ ਰੈਸਪੀ ਪੁੱਛਣ ਲੱਗ ਜਾਂਦੇ। ਹੁਣ ਮੈਨੂੰ ਉਹਨਾਂ ਤੋਂ ਝਿਜਕ ਮਹਿਸੂਸ ਨਹੀਂ ਹੁੰਦੀ ਸੀ। ਇੱਕ ਵਾਰ ਮੈਂ ਉਹਨਾਂ ਨੂੰ ਉਹਨਾਂ ਦੇ ਘਰ ਵਾਲਿਆਂ ਬਾਰੇ ਪੁੱਛਿਆ ਤਾਂ ਇੱਕਦਮ ਉਹਨਾਂ ਦੇ ਚਿਹਰੇ ਤੋਂ ਮੁਸਕਰਾਹਟ ਗਾਇਬ ਹੋ ਗਈ ਅਤੇ ਉਹ ਮੈਨੂੰ ਗੁੱਸੇ ਨਾਲ ਦੇਖਣ ਲੱਗੇ। ਪਹਿਲੀ ਵਾਰ ਮੈਨੂੰ ਉਹਨਾਂ ਤੋਂ ਡਰ ਲੱਗਿਆ ਸੀ। ਉਹਨਾਂ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ, ਬਸ ਮੈਂ ਚੁੱਪਚਾਪ ਰਸੋਈ ਤੋਂ ਬਾਹਰ ਨਿਕਲ ਆਈ। ਪਹਿਲਾਂ ਤਾਂ ਮੈਂ ਸੋਚਿਆ ਕਿ ਮੈਨੂੰ ਕੀ ਲੋੜ ਹੈ ਉਹਨਾਂ ਤੋਂ ਉਹਨਾਂ ਦੇ ਘਰ ਵਾਲਿਆਂ ਬਾਰੇ ਪੁੱਛਣ ਦੀ। ਚੰਗਾ ਹੋਵੇਗਾ ਕਿ ਮੈਂ ਆਪਣੇ ਕੰਮ ਨਾਲ ਕੰਮ ਰੱਖਾਂ। ਖੈਰ, ਅਗਲੇ ਦਿਨ ਉਹਨਾਂ ਦਾ ਵਰਤਾਓ ਪਹਿਲਾਂ ਵਰਗਾ ਸੀ। ਫਿਰ ਗੱਲਾਂ ਹੀ ਗੱਲਾਂ ਵਿੱਚ ਉਹ ਆਪਣੇ ਮਾਲਕ ਦੇ ਕਿੱਸੇ ਸੁਣਾਉਣ ਲੱਗਦੇ, ਉਹਨਾਂ ਦੇ ਬੱਚਿਆਂ ਦਾ ਜ਼ਿਕਰ ਕਰਨ ਲੱਗਦੇ। ਬੇਟੀ, ਤੈਨੂੰ ਕੀ ਦੱਸਾਂ, ਅਸਲਮ ਸਾਹਿਬ ਆਦਤ ਦੇ ਬਹੁਤ ਚੰਗੇ ਹਨ, ਮੇਰਾ ਬਹੁਤ ਖਿਆਲ ਰੱਖਦੇ ਹਨ। ਅਸਲਮ ਸਾਹਿਬ ਦੇ ਬੱਚੇ ਜੇਕਰ ਕਦੇ ਚਿੜ ਜਾਣ ਤਾਂ ਹੀ ਬਦਤਮੀਜ਼ੀ ਕਰਦੇ ਹਨ, ਨਹੀਂ ਤਾਂ ਚੰਗੀ ਤਰ੍ਹਾਂ ਗੱਲ ਕਰਦੇ ਹਨ। ਮੈਂ ਪੁੱਛਿਆ, ਤੁਸੀਂ ਅਸਲਮ ਸਾਹਿਬ ਦੀ ਘਰ ਵਾਲੀ ਦਾ ਤਾਂ ਕਦੇ ਜ਼ਿਕਰ ਕੀਤਾ ਹੀ ਨਹੀਂ, ਉਹ ਕਿਹੋ ਜਿਹੀ ਹੈ? ਮੈਂ ਰਸੋਈ ਵਿੱਚ ਸਲਾਦ ਕੱਟਦੇ ਹੋਏ ਪੁੱਛਣ ਲੱਗੀ। ਉਹ ਵੀ ਉੱਥੇ ਹੀ ਬੈਠੇ ਸਨ। ਉਹਨਾਂ ਨੇ ਇੱਕ ਲੰਮਾ ਸਾਹ ਲਿਆ ਅਤੇ ਕਹਿਣ ਲੱਗੇ, ਸੁਭਾਅ ਦੀ ਤੇਜ਼ ਹੈ ਪਰ ਚੰਗੀ ਹੈ। ਹੁਣ ਕੀ ਕਰੀਏ, ਨੌਕਰ ਹਾਂ ਤਾਂ ਨਖਰਾ ਕੀ, ਸਾਨੂੰ ਤਾਂ ਬਸ ਕੰਮ ਤੋਂ ਮਤਲਬ ਹੈ। ਮੈਂ ਪੁੱਛਿਆ, ਅਸਲਮ ਸਾਹਿਬ ਤੁਹਾਨੂੰ ਕੀ ਤਨਖਾਹ ਦਿੰਦੇ ਹਨ? ਉਹ ਕੁਝ ਦੇਰ ਲਈ ਮੈਨੂੰ ਗੌਰ ਨਾਲ ਦੇਖਣ ਲੱਗੇ। ਉਹਨਾਂ ਦੇ ਚਿਹਰੇ ਦਾ ਰੰਗ ਫਿਰ ਤੋਂ ਬਦਲ ਗਿਆ ਅਤੇ ਇਸ ਵਾਰ ਵੀ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਬਸ ਗੱਲ ਨੂੰ ਟਾਲ ਗਏ। ਮੈਂ ਜਰਾ ਬੱਚਿਆਂ ਨੂੰ ਦੇਖ ਲਵਾਂ, ਇਹ ਕਹਿ ਕੇ ਉਹ ਰਸੋਈ ਵਿੱਚੋਂ ਬਾਹਰ ਚਲੇ ਗਏ। ਇੱਕ ਵਾਰ ਉਹ ਭਾਂਡੇ ਧੋ ਰਹੇ ਸਨ। ਗਰਮੀ ਬਹੁਤ ਹੋ ਰਹੀ ਸੀ, ਇਸ ਲਈ ਉਹਨਾਂ ਨੇ ਆਪਣੇ ਕੁੜਤੇ ਦੀਆਂ ਬਾਹਾਂ ਉੱਪਰ ਨੂੰ ਚੜ੍ਹਾ ਲਈਆਂ। ਮੈਂ ਆਟਾ ਗੁੰਨ ਰਹੀ ਸੀ। ਮੇਰੀ ਨਜ਼ਰ ਉਹਨਾਂ ਦੇ ਹੱਥਾਂ 'ਤੇ ਗਈ। ਉਹਨਾਂ ਦੀਆਂ ਬਾਹਾਂ 'ਤੇ ਗਹਿਰੇ ਗਹਿਰੇ ਜ਼ਖਮਾਂ ਦੇ ਨਿਸ਼ਾਨ ਸਨ। ਲੱਗ ਰਿਹਾ ਸੀ ਜਿਵੇਂ ਬੁਰੀ ਤਰ੍ਹਾਂ ਨਾਲ ਹੱਥ ਜਲਿਆ ਹੋਵੇ। ਮੈਂ ਉਹਨਾਂ ਨੂੰ ਪੁੱਛਿਆ ਕਿ ਕਿਵੇਂ ਜਲਿਆ। ਉਹ ਮੇਰੀ ਗੱਲ ਸੁਣ ਕੇ ਹੜਬੜਾ ਗਏ। ਉਹਨਾਂ ਦੇ ਹੱਥ ਨੂੰ ਦੇਖ ਕੇ ਮੇਰਾ ਦਿਲ ਦਹਿਲ ਗਿਆ ਸੀ। ਹੜਬੜਾਹਟ ਦੇ ਮਾਰੇ ਉਹਨਾਂ ਦੇ ਹੱਥਾਂ ਵਿੱਚੋਂ ਪਲੇਟ ਛੁੱਟ ਕੇ ਸਿੰਕ ਵਿੱਚ ਗਿਰ ਗਈ। ਫਿਰ ਉਹਨਾਂ ਨੇ ਫਟਾਫਟ ਆਪਣੇ ਕੁੜਤੇ ਦੀਆਂ ਬਾਹਾਂ ਨੀਚੇ ਕੀਤੀਆਂ ਅਤੇ ਫਿਰ ਤੋਂ ਬਰਤਨ ਧੋਣ ਲੱਗੇ। ਪਤਾ ਨਹੀਂ ਕਿਉਂ ਮੈਨੂੰ ਉਹਨਾਂ 'ਤੇ ਕੁਝ ਸ਼ੱਕ ਜਿਹਾ ਹੋਣ ਲੱਗ ਗਿਆ ਸੀ। ਸ਼ਾਮ ਦੇ 7 ਵੱਜਦੇ ਹੀ ਉਹਨਾਂ ਨੂੰ ਬਸ ਘਰ ਵਾਪਸੀ ਦੀ ਜਲਦੀ ਹੁੰਦੀ ਸੀ। ਇਮਰਾਨ ਨੇ ਉਹਨਾਂ ਨੂੰ ਕਈ ਵਾਰ ਕਿਹਾ ਕਿ ਸਾਡੇ ਘਰ ਵਿੱਚ ਇੱਕ ਕਮਰਾ ਮਹਿਮਾਨਾਂ ਲਈ ਖਾਲੀ ਹੈ, ਤੁਸੀਂ ਉੱਥੇ ਆਰਾਮ ਕਰ ਲਿਆ ਕਰੋ ਜਾਂ ਕੁਝ ਦੇਰ ਹੋਰ ਰੁਕ ਜਾਇਆ ਕਰੋ, ਪਰ ਨਹੀਂ, ਉਹ ਇਸ ਤਰ੍ਹਾਂ ਜਲਦਬਾਜ਼ੀ ਦਿਖਾਉਂਦੇ ਜਿਵੇਂ ਕੋਈ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਹੋਵੇ। ਇੱਕ ਵਾਰ ਖੁਦ ਹੀ ਗੱਲਾਂ ਵਿੱਚ ਉਹ ਆਪਣੀ ਘਰਵਾਲੀ ਦਾ ਜ਼ਿਕਰ ਕਰਨ ਲੱਗੇ। ਉਹ ਬੜਾ ਖਿਆਲ ਰੱਖਦੀ ਹੈ, ਜਿਵੇਂ ਤੂੰ ਇਮਰਾਨ ਦਾ ਰੱਖਦੀ ਹੈ। ਅੱਲਾ ਤੁਹਾਡੇ ਦੋਵਾਂ ਦੀ ਜੋੜੀ ਸਲਾਮਤ ਰੱਖੇ, ਜੁਗ ਜੁਗ ਜਿਓ, ਸਦਾ ਸਲਾਮਤ ਰਹੋ। ਮੈਂ ਕਿਹਾ, ਤੁਹਾਨੂੰ ਵੱਡੀ ਅੰਮਾ ਨਾਲ ਬਹੁਤ ਮੁਹੱਬਤ ਹੈ, ਤਾਂ ਹੀ ਤਾਂ 7 ਵੱਜਦੇ ਹੀ ਤੁਹਾਨੂੰ ਜਾਣ ਦੀ ਜਲਦੀ ਹੁੰਦੀ ਹੈ। ਉਹ ਤੁਹਾਡਾ ਇੰਤਜ਼ਾਰ ਕਰਦੀ ਹੋਵੇਗੀ। ਮੇਰੀ ਗੱਲ ਸੁਣ ਕੇ ਉਹਨਾਂ ਦੇ ਚਿਹਰੇ 'ਤੇ ਇੱਕ ਉਲਝਣ ਜਿਹੀ ਛਾ ਗਈ। ਉਹ ਕਿਸੇ ਗਹਿਰੀ ਸੋਚ ਵਿੱਚ ਡੁੱਬ ਕੇ ਬੋਲੇ, ਠੀਕ ਕਹਿੰਦੀ ਹੈ ਬੇਟੀ ਤੂੰ, ਉਹ ਮੇਰੇ ਇੰਤਜ਼ਾਰ ਵਿੱਚ ਹੀ ਹੁੰਦੀ ਹੈ। ਮੈਂ ਥੋੜ੍ਹਾ ਜਿਹਾ ਵੀ ਲੇਟ ਹੋ ਜਾਵਾਂ ਤਾਂ ਉਹ ਦਰਵਾਜ਼ੇ 'ਤੇ ਖੜੀ ਫਿਕਰਮੰਦੀ ਨਾਲ ਮੇਰਾ ਰਾਹ ਤੱਕਣ ਲੱਗਦੀ ਹੈ। ਘਰ ਜਾਂਦਾ ਹਾਂ ਤਾਂ ਉਸਦੇ ਕੋਲ ਬੈਠਦਾ ਹਾਂ। ਪੋਤੇ ਪੋਤੀਆਂ ਆ ਕੇ ਗਲੇ ਲੱਗ ਜਾਂਦੇ ਹਨ, ਹੱਥ ਚੁੰਮਦੇ ਹਨ। ਦਾਦਾ ਅੱਬਾ ਕਹਿ ਕੇ ਮੇਰੇ ਸੱਜੇ ਖੱਬੇ ਬੈਠ ਜਾਂਦੇ ਹਨ। ਬਹੂ ਆ ਕੇ ਪਾਣੀ ਦਾ ਗਿਲਾਸ ਪੇਸ਼ ਕਰਦੀ ਹੈ, ਕਹਿੰਦੀ ਹੈ, ਅੱਬਾ ਜੀ ਖਾਣਾ ਗਰਮ ਹੈ, ਜੇ ਕਹੋ ਤਾਂ ਲਗਾ ਦੇਵਾਂ, ਪਰ ਇੱਕ ਤੂੰ ਹੈ ਕਿ ਰੋਟੀ ਖਾਧੇ ਬਿਨਾਂ ਜਾਣ ਹੀ ਨਹੀਂ ਦਿੰਦੀ। ਮੈਨੂੰ ਉਸਨੂੰ ਰੋਜ਼ ਮਨਾ ਕਰਦੇ ਹੋਏ ਸ਼ਰਮ ਆਉਂਦੀ ਹੈ। ਉਹ ਮੇਰੇ ਸਿਰ 'ਤੇ ਹੱਥ ਰੱਖਦੇ ਹੋਏ ਬੋਲੇ, ਜਿਵੇਂ ਕੋਈ ਆਪਣੀ ਕੁੜੀ ਨੂੰ ਲਾਡ ਵਿੱਚ ਕਹਿੰਦਾ ਹੋਵੇ। ਫਿਰ ਰਾਤ ਨੂੰ ਮੇਰਾ ਮੁੰਡਾ ਘੰਟਿਆਂ ਤੱਕ ਮੇਰੀਆਂ ਲੱਤਾਂ ਘੁੱਟਦਾ ਰਹਿੰਦਾ ਹੈ। ਮੈਂ ਕਹਿੰਦਾ ਹਾਂ ਕਿ ਤੂੰ ਖੁਦ ਥੱਕਿਆ ਹਾਰਿਆ ਆਇਆ ਹੈ, ਫਿਰ ਮੇਰੀ ਸੇਵਾ ਕਰਨ ਲੱਗ ਜਾਂਦਾ ਹੈ। ਮੈਂ ਕਿਹੜਾ ਦਿਨ ਵਿੱਚ ਕੋਈ ਕੰਮ ਕਰਦਾ ਹਾਂ। ਜਮਾਲ ਅਤੇ ਰਾਬੀਆ ਮੈਨੂੰ ਕੰਮ ਕਰਨ ਹੀ ਨਹੀਂ ਦਿੰਦੇ, ਮੇਰਾ ਬਹੁਤ ਖਿਆਲ ਰੱਖਦੇ ਹਨ, ਪਰ ਉਹ ਕਹਿੰਦਾ ਹੈ, ਅੱਬਾ ਜਦੋਂ ਤੱਕ ਤੁਹਾਡੀ ਸੇਵਾ ਨਾ ਕਰ ਲਵਾਂ ਮੈਨੂੰ ਤਾਂ ਨੀਂਦ ਨਹੀਂ ਆਉਂਦੀ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਕਿਤੇ ਗਵਾਚ ਹੀ ਗਈ ਅਤੇ ਸੋਚਣ ਲੱਗੀ ਕਿ ਬੜੀ ਨੇਕ ਔਲਾਦ ਹੈ ਜੋ ਮਾਂ-ਬਾਪ ਦੀ ਇੰਨੀ ਸੇਵਾ ਕਰਦੀ ਹੈ। ਫਿਰ ਉਹ ਬੋਲੇ, ਅਸਲਮ ਦੀ ਮਾਂ ਜਦੋਂ ਤੱਕ ਦਿਨ ਭਰ ਦੀਆਂ ਗੱਲਾਂ ਮੈਨੂੰ ਦੱਸ ਨਾ ਦੇਵੇ, ਉਦੋਂ ਤੱਕ ਉਸਨੂੰ ਚੈਨ ਨਹੀਂ ਆਉਂਦਾ।
ਉਸ ਦੀਆਂ ਗੱਲਾਂ ਖਤਮ ਹੀ ਨਹੀਂ ਹੁੰਦੀਆਂ ਪਰ ਮੇਰੀ ਅੱਖ ਲੱਗ ਜਾਂਦੀ ਹੈ। ਇਹ ਕਹਿ ਕੇ ਉਹ ਹੱਸਣ ਲੱਗੇ। ਮੈਂ ਕਹਿੰਦਾ ਹਾਂ, ਉਮਰ ਗੁਜ਼ਰ ਗਈ ਜਮੀਲਾ, ਪਰ ਤੇਰੀ ਮੁਹੱਬਤ ਅਜੇ ਵੀ ਉਹੋ ਜਿਹੀ ਹੀ ਹੈ। ਫਿਰ ਉਹ ਮੁਸਕਰਾਉਂਦੇ ਹੋਏ ਆਪਣੀਆਂ ਅੱਖਾਂ ਵਿੱਚ ਆਈ ਨਮੀ ਨੂੰ ਸਾਫ਼ ਕਰਨ ਲੱਗੇ, ਜੋ ਸ਼ਾਇਦ ਉਹਨਾਂ ਦੇ ਹੱਸਣ ਕਰਕੇ ਅੱਖਾਂ ਵਿੱਚ ਭਰ ਆਈ ਸੀ। ਮੈਂ ਕਿਹਾ, ਅਸਲ ਮੁਹੱਬਤ ਤਾਂ ਉਹੀ ਹੈ ਜੋ ਵੱਡੀ ਅੰਮੀ ਤੁਹਾਨੂੰ ਕਰਦੀ ਹੈ। ਔਰਤ ਦੀ ਮੁਹੱਬਤ ਕਦੇ ਵੀ ਪੁਰਾਣੀ ਨਹੀਂ ਹੁੰਦੀ, ਬਲਕਿ ਇਹ ਸਮਾਂ ਗੁਜ਼ਰਨ ਦੇ ਨਾਲ ਨਾਲ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦੀ ਚਲੀ ਜਾਂਦੀ ਹੈ। ਮੇਰੀ ਗੱਲ ਸੁਣ ਕੇ ਉਹ ਮੈਨੂੰ ਗੌਰ ਨਾਲ ਦੇਖਣ ਲੱਗੇ। ਤੂੰ ਬਿਲਕੁਲ ਜਮੀਲਾ ਦੀ ਤਰ੍ਹਾਂ ਹੀ ਗੱਲਾਂ ਕਰਦੀ ਹੈ। ਸੋਚਦਾ ਹਾਂ ਜੇਕਰ ਮੇਰੀ ਕੋਈ ਬੇਟੀ ਹੁੰਦੀ ਤਾਂ ਬਿਲਕੁਲ ਤੇਰੇ ਵਰਗੀ ਹੀ ਹੁੰਦੀ। ਮੈਂ ਉਹਨਾਂ ਨੂੰ ਕਿਹਾ, ਤੁਸੀਂ ਨੌਕਰੀ ਕਿਉਂ ਕਰਦੇ ਹੋ? ਮੇਰਾ ਸਵਾਲ ਸੁਣ ਕੇ ਉਹਨਾਂ ਦਾ ਰੁਖ ਫੇਰ ਤੋਂ ਬਦਲ ਗਿਆ। ਉਹਨਾਂ ਦਾ ਸੁਭਾਅ ਬਹੁਤ ਅਜੀਬ ਸੀ। ਕਦੇ ਗੱਲਾਂ ਕਰਨ ਲੱਗਦੇ ਤਾਂ ਘੰਟਿਆਂ ਤੱਕ ਆਪਣੇ ਘਰ ਵਾਲਿਆਂ ਦੇ ਹੀ ਕਿੱਸੇ ਸੁਣਾਉਂਦੇ ਰਹਿੰਦੇ ਸੀ ਅਤੇ ਕਦੇ ਕਿਸੇ ਸਵਾਲ ਤੇ ਬਿਨਾਂ ਜਵਾਬ ਦਿੱਤੇ ਹੀ ਉੱਠ ਕੇ ਚਲੇ ਜਾਂਦੇ ਸਨ। ਹੁਣ ਵੀ ਬਿਨਾਂ ਜਵਾਬ ਦਿੱਤੇ ਹੀ ਉੱਠ ਕੇ ਚਲੇ ਗਏ ਸਨ। ਫਿਰ ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਉਹਨਾਂ ਨੂੰ ਪੈਸਿਆਂ ਦੀ ਲੋੜ ਹੋਵੇਗੀ, ਮੁੰਡੇ ਦੀ ਤਨਖਾਹ ਘੱਟ ਹੋਵੇਗੀ, ਤਾਂ ਹੀ ਤਾਂ ਇਸ ਉਮਰ ਵਿੱਚ ਮਿਹਨਤ ਕਰ ਰਹੇ ਹਨ। ਮੈਂ ਇਮਰਾਨ ਨੂੰ ਕਿਹਾ ਕਿ ਤੁਹਾਡਾ ਬੌਸ ਇਹਨਾਂ ਨੂੰ ਮਹੀਨੇ ਦੀ ਤਨਖਾਹ ਤਾਂ ਦਿੰਦਾ ਹੀ ਹੋਵੇਗਾ, ਜਿਸ ਨਾਲ ਇਹਨਾਂ ਦਾ ਗੁਜ਼ਾਰਾ ਤਾਂ ਹੋ ਹੀ ਜਾਂਦਾ ਹੋਵੇਗਾ। ਪਰ ਹੁਣ ਤੁਹਾਡੇ ਬੌਸ ਇੱਥੇ ਨਹੀਂ ਹਨ ਤਾਂ ਇਹਨਾਂ ਦੇ ਘਰ ਦੇ ਖਰਚੇ ਵਿੱਚ ਮੁਸ਼ਕਿਲ ਹੁੰਦੀ ਹੋਵੇਗੀ। ਤੁਸੀਂ ਜਿੰਨੇ ਪੈਸੇ ਦੇ ਸਕਦੇ ਹੋ ਇਹਨਾਂ ਨੂੰ ਦੇ ਦਿਆ ਕਰੋ। ਮੇਰੀ ਗੱਲ ਸੁਣ ਕੇ ਇਮਰਾਨ ਨੇ ਜਵਾਬ ਦਿੱਤਾ, ਤੈਨੂੰ ਕੀ ਲੱਗਦਾ ਹੈ ਮੈਂ ਕੋਸ਼ਿਸ਼ ਨਹੀਂ ਕੀਤੀ ਹੋਵੇਗੀ? ਪਰ ਉਹ ਲੈਣਾ ਹੀ ਨਹੀਂ ਚਾਹੁੰਦੇ। ਹਰ ਵਾਰ ਮਨਾ ਕਰ ਦਿੰਦੇ ਹਨ, ਕਹਿੰਦੇ ਹਨ ਸਈਆ ਦੇ ਦਿੰਦੀ ਹੈ, ਉਹ ਮੇਰੇ ਗੁਜ਼ਾਰੇ ਲਈ ਬਹੁਤ ਹੈ। ਇਮਰਾਨ ਦੀ ਗੱਲ ਸੁਣ ਕੇ ਇਸ ਵਾਰ ਮੈਂ ਸੋਚ ਲਿਆ ਸੀ ਕਿ ਉਹਨਾਂ ਨੂੰ ਪੁੱਛਾਂਗੀ ਕਿ 10 ਰੁਪਏ ਨਾਲ ਆਖਿਰ ਆਉਂਦਾ ਕੀ ਹੈ। ਅਗਲੇ ਦਿਨ ਮੈਂ ਉਹਨਾਂ ਨੂੰ 10 ਰੁਪਏ ਦਿੰਦੇ ਹੋਏ ਪੁੱਛ ਹੀ ਲਿਆ ਕਿ 10 ਰੁਪਏ ਦੇ ਨੋਟ ਨਾਲ ਉਹਨਾਂ ਨੂੰ ਕੀ ਮਿਲਦਾ ਹੈ। ਇਸ ਵਾਰ ਉਹ ਚੁੱਪਚਾਪ ਬਾਹਰ ਨਹੀਂ ਗਏ, ਬਲਕਿ ਮੈਨੂੰ ਕਹਿਣ ਲੱਗੇ, ਮੇਰੇ ਘਰ ਆਈ ਅਤੇ ਸਭ ਆਪਣੀਆਂ ਅੱਖਾਂ ਨਾਲ ਦੇਖ ਲਵੀਂ। ਅਗਲੇ ਦਿਨ ਜਦੋਂ ਮੈਂ ਉਹਨਾਂ ਦੇ ਘਰ ਗਈ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮੈਂ ਅਤੇ ਇਮਰਾਨ ਦੋਵੇਂ ਹੀ ਉਹਨਾਂ ਨਾਲ ਉਹਨਾਂ ਦੇ ਘਰ ਗਏ ਸੀ। ਇੱਕ ਪੁਰਾਣਾ ਜਿਹਾ ਇਲਾਕਾ ਸੀ, ਛੋਟੀਆਂ-ਛੋਟੀਆਂ ਗਲੀਆਂ ਸਨ, ਤੰਗ ਜਿਹਾ ਮਾਹੌਲ ਸੀ। ਇੱਕ ਗਲੀ ਦੇ ਅੰਦਰ ਜਾਂਦੇ ਹੀ 2-4 ਘਰਾਂ ਤੋਂ ਬਾਅਦ ਗਲੀ ਬੰਦ ਸੀ। ਆਖਰੀ ਮਕਾਨ ਦੇ ਸਾਹਮਣੇ ਅਸੀਂ ਉਹਨਾਂ ਦੇ ਨਾਲ ਖੜੇ ਹੋ ਗਏ, ਪਰ ਦਰਵਾਜ਼ਾ ਬੰਦ ਨਹੀਂ ਸੀ। ਹਲਕਾ ਜਿਹਾ ਧੱਕਾ ਦੇਣ ਨਾਲ ਵੀ ਖੁੱਲ੍ਹ ਗਿਆ ਸੀ। ਮੈਂ ਅਤੇ ਇਮਰਾਨ ਨੇ ਇੱਕ ਦੂਜੇ ਨੂੰ ਹੈਰਾਨੀ ਨਾਲ ਦੇਖਿਆ ਅਤੇ ਫਿਰ ਅਸੀਂ ਘਰ ਦੇ ਅੰਦਰ ਚਲੇ ਗਏ। ਘਰ ਬਿਲਕੁਲ ਸੁੰਨਾ ਪਿਆ ਸੀ। ਘਰ ਦੇ ਅੰਦਰ ਜਾਂਦੇ ਹੀ ਵੱਡਾ ਵਿਹੜਾ ਸੀ ਅਤੇ ਸਾਹਮਣੇ 3 ਕਮਰੇ ਸਨ। ਹਰ ਕਮਰੇ ਦੇ 2 ਲੱਕੜੀ ਦੇ ਦਰਵਾਜ਼ੇ ਸਨ। ਵਿਹੜੇ ਵਿੱਚ ਲੱਗੇ ਹੋਏ ਦਰਖਤ ਸੁੱਕ ਚੁੱਕੇ ਸਨ। ਹਰ ਚੀਜ਼ ਮਿੱਟੀ ਦਾ ਢੇਰ ਬਣੀ ਹੋਈ ਸੀ। ਵਿਹੜੇ ਦੇ ਇੱਕ ਕੋਨੇ ਵਿੱਚ ਇੱਕ ਕਬਰ ਦੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਘਰ ਵਿੱਚ ਹੋਰ ਕੋਈ ਮੌਜੂਦ ਨਹੀਂ ਸੀ। ਉਹਨਾਂ ਦੀ ਚਟਾਈ ਵੀ ਉਸ ਕਬਰ ਦੇ ਖੱਬੇ ਪਾਸੇ ਵਿਛੀ ਹੋਈ ਸੀ। ਉੱਥੇ ਨੇੜੇ ਹੀ ਮਿੱਟੀ ਦਾ ਘੜਾ ਰੱਖਿਆ ਹੋਇਆ ਸੀ ਅਤੇ ਉਸ ਉੱਪਰ ਸਟੀਲ ਦਾ ਗਲਾਸ ਉਲਟਾ ਕਰਕੇ ਰੱਖਿਆ ਹੋਇਆ ਸੀ। ਵੱਡੇ ਮੀਆਂ ਸਭ ਤੋਂ ਪਹਿਲਾਂ ਉਸ ਕਬਰ ਕੋਲ ਗਏ। ਜਮੀਲਾ, ਦੇਖ ਕੌਣ ਆਇਆ ਹੈ। ਤੈਨੂੰ ਦੱਸਿਆ ਸੀ ਨਾ ਕਿ ਬੇਟੀ ਆਉਣ ਦੀ ਜਿੱਦ ਕਰ ਰਹੀ ਹੈ। ਬਹਾਨੇ ਨਾਲ ਤੁਹਾਡਾ ਸਾਰਿਆਂ ਦਾ ਹਾਲ ਪੁੱਛਦੀ ਹੈ, ਇਸ ਲਈ ਇਸ ਵਾਰ ਉਸ ਨੂੰ ਨਾਲ ਲੈ ਕੇ ਆਇਆ ਹਾਂ। ਇਹ ਸਭ ਦੇਖ ਕੇ ਮੈਂ ਤਾਂ ਸੁੰਨ ਹੋ ਗਈ। ਇਮਰਾਨ ਦਾ ਹਾਲ ਵੀ ਮੇਰੇ ਵਰਗਾ ਹੀ ਸੀ। ਵੱਡੇ ਮੀਆਂ ਨੇ ਆਪਣੀ ਜੇਬ ਵਿੱਚੋਂ ਅਗਰਬੱਤੀ ਕੱਢੀ ਅਤੇ ਮਾਚਿਸ ਨਾਲ ਜਲਾ ਕੇ ਕਬਰ ਤੇ ਲਗਾ ਦਿੱਤੀ ਅਤੇ ਫਿਰ ਮੁੜ ਕੇ ਸਾਨੂੰ ਦੇਖਣ ਲੱਗੇ। ਤੁਸੀਂ ਦੋਨੋਂ ਕਿਉਂ ਰੁਕ ਗਏ? ਤੂੰ ਪੁੱਛਦੀ ਹੈ ਨਾ ਕਿ ਮੈਂ 10 ਰੁਪਏ ਕਿਉਂ ਲੈਂਦਾ ਹਾਂ। ਜਮੀਲਾ ਨੂੰ ਅਗਰਬੱਤੀ ਦੀ ਖੁਸ਼ਬੂ ਬਹੁਤ ਪਸੰਦ ਹੈ, ਇਸ ਲਈ ਉਸਦੇ ਲਈ ਲੈ ਆਉਂਦਾ ਹਾਂ। ਖੁਸ਼ ਹੋ ਜਾਂਦੀ ਹੈ ਵਿਚਾਰੀ। ਚਲੋ ਤੁਹਾਨੂੰ ਆਪਣੀ ਬਹੂ ਨਾਲ ਮਿਲਾਉਂਦਾ ਹਾਂ। ਰਸੋਈ ਵਿੱਚ ਹੋਵੇਗੀ। ਉਹ ਮੇਰੇ ਲਈ ਰੋਟੀ ਤਿਆਰ ਕਰਕੇ ਰੱਖਦੀ ਹੈ ਕਿ ਅੱਬਾ ਆਉਂਦੇ ਹੀ ਹੋਣਗੇ, ਉਹਨਾਂ ਨੂੰ ਭੁੱਖ ਲੱਗੀ ਹੋਵੇਗੀ। ਇਹ ਕਹਿ ਕੇ ਉਹ ਮੇਰੇ ਕੋਲ ਆਏ, ਮੇਰਾ ਹੱਥ ਫੜ ਕੇ ਆਪਣੀ ਰਸੋਈ ਵਿੱਚ ਲੈ ਗਏ, ਜਿੱਥੋਂ ਦੀ ਹਾਲਤ ਵੀ ਬਾਕੀ ਘਰ ਵਰਗੀ ਹੀ ਸੀ। ਸਾਰੀ ਰਸੋਈ ਖਾਲੀ ਪਈ ਸੀ। ਬਸ ਕੁਝ ਕੁ ਸਟੀਲ ਦੇ ਭਾਂਡੇ ਸਨ, ਉਹ ਵੀ ਮਿੱਟੀ ਨਾਲ ਲਿਬੜੇ ਪਏ ਸਨ। ਮੈਨੂੰ ਲੱਗਿਆ ਕਿ ਉਹਨਾਂ ਦੀ ਫੈਮਿਲੀ ਕਿਸੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਸਾਰੇ ਸ਼ਾਇਦ ਦੁਨੀਆ ਛੱਡ ਕੇ ਜਾ ਚੁੱਕੇ ਹਨ, ਇਸ ਲਈ ਵੱਡੇ ਮੀਆਂ ਇਕੱਲੇਪਣ ਦਾ ਸ਼ਿਕਾਰ ਹੋ ਗਏ ਹਨ। ਉਸ ਤੋਂ ਬਚਣ ਲਈ ਸ਼ਾਇਦ ਬਿਨਾਂ ਤਨਖਾਹ ਤੋਂ ਕੰਮ ਕਰਦੇ ਹਨ। ਫਿਰ ਉਹ ਮੈਨੂੰ ਅਤੇ ਇਮਰਾਨ ਨੂੰ ਆਪਣੇ ਮੁੰਡੇ ਦੇ ਕਮਰੇ ਵਿੱਚ ਲੈ ਗਏ। ਹਾਲਾਂਕਿ ਕਮਰੇ ਵਿੱਚ ਕੋਈ ਨਹੀਂ ਸੀ, ਪਰ ਦੀਵਾਰ 'ਤੇ ਲੱਗੀ ਹੋਈ ਤਸਵੀਰ ਦੇਖ ਕੇ ਮੇਰੇ ਅਤੇ ਇਮਰਾਨ ਦੇ ਹੋਸ਼ ਉੱਡ ਗਏ ਸਨ। ਤਸਵੀਰ ਵਿੱਚ ਉਹ ਆਪਣੇ ਮੁੰਡੇ ਅਤੇ ਬਹੂ ਨਾਲ ਖੜੇ ਮੁਸਕਰਾ ਰਹੇ ਸਨ। ਉਹਨਾਂ ਦਾ ਜਵਾਨ ਬੇਟਾ 21-22 ਸਾਲ ਦਾ ਲੱਗ ਰਿਹਾ ਸੀ ਅਤੇ ਬਹੂ ਸ਼ਾਇਦ 19-20 ਸਾਲ ਦੀ ਹੋਵੇਗੀ।
ਇਮਰਾਨ ਹੈਰਾਨੀ ਨਾਲ ਦੇਖਦੇ ਹੋਏ ਬੋਲਿਆ, ਇਹ ਤਾਂ ਅਸਲਮ ਸਰ ਹਨ। ਇਮਰਾਨ ਨੇ ਉਸ ਤਸਵੀਰ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹਨਾਂ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਹੁਣ ਮੈਂ ਸੁੰਨ ਜਿਹੀ ਹੋ ਕੇ ਰਹਿ ਗਈ ਸੀ। ਮੈਂ ਅੱਜ ਤੱਕ ਇਮਰਾਨ ਦੇ ਬੌਸ ਨੂੰ ਦੇਖਿਆ ਨਹੀਂ ਸੀ, ਬਸ ਜ਼ਿਕਰ ਹੀ ਸੁਣਿਆ ਸੀ। ਵੱਡੇ ਮੀਆਂ, ਤੁਸੀਂ ਅਸਲਮ ਸਰ ਦੇ ਅੱਬਾ ਹੋ? ਇਮਰਾਨ ਦੀ ਆਵਾਜ਼ ਹੈਰਾਨੀ ਨਾਲ ਕੰਬਦੇ ਹੋਏ ਨਿਕਲ ਰਹੀ ਸੀ। ਵੱਡੇ ਮੀਆਂ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ। ਨਹੀਂ ਬੇਟਾ, ਮੈਂ ਤਾਂ ਉਸ ਦਾ ਨੌਕਰ ਹਾਂ। ਹੁਣ ਉਹ ਫੁੱਟ-ਫੁੱਟ ਕੇ ਰੋਣ ਲੱਗੇ। ਇਮਰਾਨ ਨੇ ਅੱਗੇ ਵੱਧ ਕੇ ਉਹਨਾਂ ਨੂੰ ਗਲੇ ਲਗਾ ਲਿਆ। ਇਹ ਸਭ ਦੇਖ ਕੇ ਮੇਰੀਆਂ ਅੱਖਾਂ ਪਥਰਾ ਗਈਆਂ ਸਨ। ਮੇਰਾ ਘਰ-ਬਾਰ, ਮੇਰਾ ਸਭ ਕੁਝ ਬਰਬਾਦ ਹੋ ਗਿਆ ਹੈ ਬੇਟਾ। ਮੈਂ ਤਾਂ ਅੱਜ ਤੱਕ ਇਹ ਨਹੀਂ ਸਮਝ ਸਕਿਆ ਕਿ ਮੇਰਾ ਕਸੂਰ ਕੀ ਸੀ। ਮੈਂ ਤਾਂ ਹਮੇਸ਼ਾ ਆਪਣੇ ਮਾਂ-ਬਾਪ ਦੀ ਸੇਵਾ ਕੀਤੀ ਸੀ। ਆਪਣੇ ਮੁੰਡੇ ਨੂੰ ਚੰਗੀ ਸਿੱਖਿਆ ਦੇਣ ਲਈ, ਚੰਗੀ ਪਰਵਰਿਸ਼ ਦੇਣ ਲਈ ਆਪਣੀ ਨੀਂਦ, ਆਪਣਾ ਚੈਨ ਸਭ ਹਰਾਮ ਕਰ ਲਿਆ ਸੀ। ਸ਼ੁਰੂ ਵਿੱਚ ਮੈਂ ਰਫੀ ਸਾਹਿਬ ਦੇ ਘਰ ਨੌਕਰ ਸੀ। ਉਸ ਵੇਲੇ ਮੈਨੂੰ ਰੋਜ਼ 10 ਰੁਪਏ ਤਨਖਾਹ ਮਿਲਦੀ ਸੀ। ਉਸ ਨਾਲ ਮੇਰਾ ਗੁਜ਼ਾਰਾ ਚੰਗਾ ਹੋ ਰਿਹਾ ਸੀ। ਮੇਰੀ ਡਿਊਟੀ ਰਾਤ ਦੇ 8 ਵਜੇ ਤੱਕ ਹੁੰਦੀ ਸੀ। ਅਸਲਮ ਛੋਟਾ ਸੀ ਅਤੇ ਮੇਰੀ ਪਤਨੀ ਪੂਰਾ ਦਿਨ ਘਰ ਵਿੱਚ ਮੇਰੇ ਮਾਂ-ਬਾਪ ਦੀ ਸੇਵਾ ਵਿੱਚ ਗੁਜ਼ਾਰ ਦਿੰਦੀ ਸੀ। ਉਹ ਕਦੇ ਇੰਨੀ ਹਿੰਮਤ ਵੀ ਨਹੀਂ ਕਰ ਪਾਈ ਕਿ ਮੇਰੀ ਮਾਂ ਦੇ ਕਿਸੇ ਕੰਮ ਨੂੰ ਜਵਾਬ ਦਿੰਦੀ ਜਾਂ ਮੇਰੇ ਬਾਪ ਨੂੰ ਅੱਖ ਚੁੱਕ ਕੇ ਵੇਖਦੀ। ਬਸ ਸਿਰ ਝੁਕਾ ਕੇ ਦਿਨ ਰਾਤ ਸੱਸ ਸਹੁਰੇ ਦੀ ਸੇਵਾ ਕਰਦੀ ਰਹਿੰਦੀ ਸੀ। ਮੈਂ ਰਾਤ ਨੂੰ 9 ਵਜੇ ਤੱਕ ਘਰ ਵਾਪਸ ਆਉਂਦਾ ਸੀ। ਆਪਣੇ ਅੱਬਾ ਦੀਆਂ ਲੱਤਾਂ ਘੁੱਟ ਕੇ, ਮਾਂ ਦੇ ਦਿਲ ਦੀਆਂ ਗੱਲਾਂ ਤੇ ਸਿਕਵੇ ਸੁਣ ਕੇ ਘਰ ਵਾਲੀ ਕੋਲ ਜਾਣ ਦਾ ਸਮਾਂ ਆਉਂਦਾ ਸੀ। ਬਸ ਉਹੀ 1-2 ਘੰਟੇ ਦੀ ਸਾਡੀ ਆਪਣੀ ਜ਼ਿੰਦਗੀ ਸੀ। ਅਸੀਂ ਹੱਸਦੇ ਸੀ, ਗੱਲਾਂ ਕਰਦੇ ਸੀ। ਅਸਲਮ ਦੇ ਪੈਦਾ ਹੋਣ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਾਲ ਬਦਲ ਲਿਆ ਸੀ। ਅਸੀਂ ਸੋਚਿਆ ਸੀ ਕਿ ਅਸੀਂ ਤਾਂ ਅਨਪੜ੍ਹ ਹਾਂ, ਇਸ ਲਈ ਲੋਕਾਂ ਦੀ ਨੌਕਰੀ ਕਰਕੇ ਉਹਨਾਂ ਦਾ ਜੂਠਾ ਖਾਣ ਲਈ ਮਜਬੂਰ ਹਾਂ। ਸਾਡਾ ਬੇਟਾ ਪੜ੍ਹ ਲਿਖ ਜਾਵੇਗਾ ਤਾਂ ਸਾਡੇ ਵੀ ਦਿਨ ਬਦਲ ਜਾਣਗੇ। ਸਮਾਂ ਅੱਗੇ ਵੱਧਦਾ ਰਿਹਾ। ਮੇਰੇ ਮਾਂ-ਬਾਪ ਵੀ ਇੱਕ ਤੋਂ ਬਾਅਦ ਇੱਕ ਦੁਨੀਆ ਤੋਂ ਚਲੇ ਗਏ। ਕਦੋਂ ਮੈਂ ਆਪਣੇ ਬਾਪ ਦੀ ਚਟਾਈ ਸੰਭਾਲ ਲਈ ਅਤੇ ਕਦੋਂ ਜਮੀਲਾ ਨੇ ਅੰਮਾ ਦੀ ਜਗ੍ਹਾ ਲੈ ਲਈ, ਪਤਾ ਹੀ ਨਹੀਂ ਚੱਲਿਆ। ਸਾਡੇ ਕਾਲੇ ਸਿਆਹ ਬਾਲ ਅਤੇ ਖੂਬਸੂਰਤ ਜਵਾਨੀ ਅਸਲਮ ਦੀ ਪਰਵਰਿਸ਼ ਅਤੇ ਇੱਛਾਵਾਂ ਦਾ ਸਮਾਨ ਇਕੱਠਾ ਕਰਦੇ ਬੁਢਾਪੇ ਦੀ ਦਹਿਲੀਜ਼ ਤੇ ਪਹੁੰਚ ਗਈ। ਅਸਲਮ ਹੁਣ ਨੌਕਰੀ ਕਰਨ ਲੱਗ ਗਿਆ ਸੀ। ਮੈਂ ਆਪਣੇ ਸਰ ਰਫੀ ਸਾਹਿਬ ਨੂੰ ਕਹਿ ਕੇ ਅਸਲਮ ਨੂੰ ਉਹਨਾਂ ਦੇ ਦਫ਼ਤਰ ਵਿੱਚ ਨੌਕਰੀ ਲਗਵਾ ਦਿੱਤੀ ਸੀ। ਉਹ ਵੀ ਮੇਰੀ ਗੱਲ ਮੰਨ ਗਏ, ਕਿਉਂਕਿ ਮੈਂ ਆਪਣੀ ਸਾਰੀ ਜਵਾਨੀ ਉਹਨਾਂ ਦੇ ਘਰ ਦੀ ਸੇਵਾ ਵਿੱਚ ਹੀ ਗੁਜ਼ਾਰੀ ਸੀ। ਬਸ ਰੋਜ਼ ਦੇ 10 ਰੁਪਏ ਦੀ ਤਨਖਾਹ ਅਤੇ ਬਾਕੀ ਉਹਨਾਂ ਦੇ ਘਰ ਦਾ ਬਚਿਆ ਹੋਇਆ ਖਾਣਾ ਅਤੇ ਪੁਰਾਣੇ ਕੱਪੜੇ ਦੇ ਦਿੰਦੇ ਸਨ, ਜਿਨ੍ਹਾਂ ਨੂੰ ਪਾ ਕੇ ਮੈਂ ਅਤੇ ਜਮੀਲਾ ਨੇ ਆਪਣਾ ਸਮਾਂ ਗੁਜ਼ਾਰਿਆ ਸੀ। ਰਫੀ ਸਾਹਿਬ ਦੀ ਇੱਕ ਹੀ ਕੁੜੀ ਸੀ, ਗੁਲਨਾਜ਼। ਇਕਲੌਤੀ ਸੀ, ਇਸ ਲਈ ਘਮੰਡੀ ਅਤੇ ਬਦਤਮੀਜ਼ ਵੀ ਸੀ। ਮੈਨੂੰ ਤਾਂ ਉਹ ਨੌਕਰ ਕਹਿ ਕੇ ਬੁਲਾਉਂਦੀ ਸੀ, ਪਰ ਮੈਂ ਨੌਕਰ ਸੀ, ਇਸ ਲਈ ਨਖਰੇ ਕੀ ਦਿਖਾਉਂਦਾ। ਗੱਲ ਇੱਥੋਂ ਤੱਕ ਰਹਿੰਦੀ ਤਾਂ ਤਕਲੀਫ ਨਾ ਦਿੰਦੀ। ਅਸਲਮ ਦੀ ਤਨਖਾਹ ਵਧੀਆ ਸੀ। ਮੈਂ ਸੋਚਿਆ ਕਿ ਹੁਣ ਸਾਡੇ ਬੁੱਢੀ ਦੇ ਦਿਨ ਵੀ ਬਦਲ ਜਾਣਗੇ। ਮੈਂ ਵੀ ਨੌਕਰੀ ਛੱਡ ਕੇ ਘਰ ਬੈਠ ਜਾਵਾਂਗਾ। ਜੋ ਸਮਾਂ ਮੈਂ ਜਵਾਨੀ ਵਿੱਚ ਆਪਣੀ ਘਰਵਾਲੀ ਨੂੰ ਨਹੀਂ ਦੇ ਸਕਿਆ, ਉਹ ਬੁਢਾਪੇ ਵਿੱਚ ਇਕੱਠੇ ਗੁਜ਼ਾਰਾਂਗੇ। ਸੋਚ ਤਾਂ ਇਹੀ ਸੀ ਕਿ ਜੋ ਸੇਵਾ ਜਮੀਲਾ ਨੇ ਮੇਰੇ ਮਾਂ-ਬਾਪ ਦੀ ਕੀਤੀ ਹੈ, ਸਾਡੀ ਬਹੂ ਵੀ ਉਸੇ ਤਰ੍ਹਾਂ ਸਾਡੀ ਸੇਵਾ ਕਰੇਗੀ। ਅਸਲਮ ਦੀ ਪਹਿਲੀ ਤਨਖਾਹ ਮਿਲਣ 'ਤੇ ਮੈਂ ਰਫੀ ਸਾਹਿਬ ਨੂੰ ਕਿਹਾ ਕਿ ਮੈਨੂੰ ਨੌਕਰੀ ਤੋਂ ਛੁੱਟੀ ਚਾਹੀਦੀ ਹੈ। ਉਹ ਵੀ ਖੁਸ਼ੀ ਨਾਲ ਮੰਨ ਗਏ। ਕੁਝ ਮਹੀਨੇ ਹੀ ਘਰ ਰਹਿ ਕੇ ਗੁਜ਼ਰੇ ਸਨ ਕਿ ਇੱਕ ਦਿਨ ਰਫੀ ਸਾਹਿਬ ਸਾਡੇ ਘਰ ਆਏ ਅਤੇ ਗੁਲਨਾਜ਼ ਲਈ ਅਸਲਮ ਦਾ ਰਿਸ਼ਤਾ ਮੰਗਿਆ। ਮੈਂ ਤਾਂ ਹੈਰਾਨ ਰਹਿ ਗਿਆ, ਕਿੱਥੇ ਅਸਲਮ ਅਤੇ ਕਿੱਥੇ ਗੁਲਨਾਜ਼। ਅਸਲਮ ਸੋਹਣਾ ਅਤੇ ਮਿਹਨਤੀ ਸੀ। ਰਫੀ ਸਾਹਿਬ ਨੂੰ ਹੋਰ ਕੀ ਚਾਹੀਦਾ ਸੀ। ਮੇਰੀ ਸਾਰੀ ਜ਼ਿੰਦਗੀ ਤਾਂ ਗੁਲਾਮੀ ਵਿੱਚ ਗੁਜ਼ਰ ਗਈ ਸੀ। ਹੁਣ ਉਹਨਾਂ ਨੂੰ ਅਸਲਮ ਦੀ ਗੁਲਾਮੀ ਚਾਹੀਦੀ ਸੀ। ਗੁਲਨਾਜ਼ ਬੇਟੀ ਜੇਕਰ ਕਿਸੇ ਦੂਜੇ ਘਰ ਵਿਦਾ ਹੋ ਕੇ ਜਾਂਦੀ ਤਾਂ 4 ਦਿਨ ਨਾ ਰਹਿ ਪਾਉਂਦੀ, ਇਸ ਲਈ ਅਸਲਮ ਨੂੰ ਫਸਾ ਲਿਆ। ਮੇਰਾ ਮੁੰਡਾ ਵੀ ਦੌਲਤ ਦੇਖ ਕੇ ਹਵਾ ਵਿੱਚ ਉੱਡਣ ਲੱਗਿਆ। ਮੇਰੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਉਹ ਵਿਆਹ ਕਰਵਾਉਣ ਲਈ ਅੜਿਆ ਰਿਹਾ। ਆਖਰ ਵਿੱਚ ਮੈਨੂੰ ਬੇਟੇ ਦੀ ਚਾਹਤ ਦੇ ਅੱਗੇ ਸਿਰ ਝੁਕਾਉਣਾ ਪਿਆ। ਗੁਲਨਾਜ਼ ਥੋੜ੍ਹੇ ਦਿਨ ਹੀ ਸਾਡੇ ਘਰ ਵਿੱਚ ਰਹੀ, ਫਿਰ ਅਸਲਮ ਨੂੰ ਵੀ ਆਪਣੇ ਨਾਲ ਲੈ ਗਈ। ਜਮੀਲਾ ਬਹੁਤ ਰੋਈ ਸੀ, ਪਰ ਮੈਂ ਉਸ ਨੂੰ ਸਮਝਾਇਆ ਕਿ ਬੇਟੇ ਦੀ ਵੀ ਆਪਣੀ ਜ਼ਿੰਦਗੀ ਹੈ, ਉਸ ਨੂੰ ਗੁਜ਼ਾਰਨ ਦੇ। ਉਹ ਕਹਿਣ ਲੱਗੀ ਕਿ ਮੈਂ ਵੀ ਤਾਂ ਆਪਣੀ ਜਵਾਨੀ ਆਪਣੀਆਂ ਚਾਹਤਾਂ ਤੇ ਮਿੱਟੀ ਪਾ ਕੇ ਅਸਲਮ ਦੀਆਂ ਚਾਹਤਾਂ ਨੂੰ ਪੂਰਾ ਕਰਨ ਵਿੱਚ ਉਮਰ ਗੁਜ਼ਾਰ ਦਿੱਤੀ। ਕੀ ਇਹ ਸਭ ਦਿਨ ਦੇਖਣ ਲਈ? ਮੈਂ ਕਿਹਾ ਉਹ ਸਾਡਾ ਫਰਜ਼ ਸੀ। ਉਹ ਰੋਣ ਲੱਗੀ ਅਤੇ ਕਹਿਣ ਲੱਗੀ, ਉਸ ਦਾ ਕੋਈ ਫਰਜ਼ ਨਹੀਂ ਹੈ। ਮੈਂ ਉਸ ਨੂੰ ਬਹੁਤ ਸਮਝਾਇਆ, ਪਰ ਉਹ ਬਿਮਾਰ ਰਹਿਣ ਲੱਗੀ ਅਤੇ ਅਸਲਮ ਪਹਿਲਾਂ ਤਾਂ ਹਫ਼ਤੇ ਵਿੱਚ 1 ਵਾਰ ਸ਼ਕਲ ਦਿਖਾ ਜਾਂਦਾ ਸੀ। ਘਰ ਦੇ ਖਰਚੇ ਲਈ ਪੈਸੇ ਵੀ ਦੇ ਜਾਂਦਾ ਸੀ।
ਪਰ ਫਿਰ ਉਸ ਦਾ ਆਉਣਾ ਜਾਣਾ ਘੱਟ ਹੋ ਗਿਆ। ਮੈਂ ਜਦੋਂ ਦੇਖਿਆ ਕਿ ਬੇਟਾ ਹੁਣ ਖਰਚਾ ਵੀ ਨਹੀਂ ਦਿੰਦਾ ਤਾਂ ਫਿਰ ਕਿਸੇ ਹੋਰ ਘਰ ਵਿੱਚ ਨੌਕਰੀ ਕਰ ਲਈ। ਜਮੀਲਾ ਦੀ ਜਵਾਨੀ ਵੀ ਮੇਰਾ ਇੰਤਜ਼ਾਰ ਕਰਦੇ ਕਰਦੇ ਗੁਜ਼ਰੀ ਅਤੇ ਬੁਢਾਪਾ ਵੀ ਇੰਤਜ਼ਾਰ ਵਿੱਚ ਹੀ ਲੰਘ ਗਿਆ। ਮੈਨੂੰ ਜੇਕਰ ਥੋੜ੍ਹੀ ਜਿਹੀ ਦੇਰ ਵੀ ਹੋ ਜਾਂਦੀ ਤਾਂ ਉਹ ਦਰਵਾਜ਼ੇ ਵਿੱਚ ਖੜੀ ਮੇਰਾ ਇੰਤਜ਼ਾਰ ਕਰਦੀ ਰਹਿੰਦੀ ਸੀ ਅਤੇ ਇਹੀ ਇੰਤਜ਼ਾਰ ਇੱਕ ਦਿਨ ਉਸ ਨੂੰ ਕਬਰ ਵਿੱਚ ਲੈ ਗਿਆ। ਮੈਂ ਇਕੱਲਾ ਰਹਿ ਗਿਆ। ਮੈਨੂੰ ਆਪਣੇ ਘਰ ਨਾਲ ਬਹੁਤ ਪਿਆਰ ਸੀ, ਇਸ ਲਈ ਮੈਂ ਜਮੀਲਾ ਨੂੰ ਕਿਤੇ ਨਹੀਂ ਜਾਣ ਦਿੱਤਾ ਅਤੇ ਘਰ ਦੇ ਵਿਹੜੇ ਵਿੱਚ ਕੱਚੀ ਜ਼ਮੀਨ ਵਿੱਚ ਦਫਨਾ ਦਿੱਤਾ। ਅਸਲਮ ਮੈਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ। ਮੈਂ ਦਿਨ ਤਾਂ ਉੱਥੇ ਗੁਜ਼ਾਰ ਲੈਂਦਾ ਸੀ, ਪਰ ਰਾਤ ਨੂੰ ਮੈਨੂੰ ਲੱਗਦਾ ਕਿ ਜਮੀਲਾ ਇਕੱਲੀ ਹੈ, ਇਸ ਲਈ ਰਾਤ ਨੂੰ ਵਾਪਸ ਘਰ ਹੀ ਆਉਂਦਾ ਸੀ। ਗੁਲਨਾਜ਼ ਨੇ ਤਾਂ ਮੈਨੂੰ ਕਦੇ ਆਪਣਾ ਬਾਪ ਸਮਝਿਆ ਹੀ ਨਹੀਂ। ਅੱਜ ਤੱਕ ਮੈਨੂੰ ਨੌਕਰ ਕਹਿ ਕੇ ਹੀ ਬੁਲਾਉਂਦੀ ਹੈ। ਅਸਲਮ ਹਾਲੇ ਵੀ ਉਸਦੇ ਅਹਿਸਾਨਾਂ ਥੱਲੇ ਦਬਿਆ ਹੋਇਆ ਹੈ, ਇਸ ਲਈ ਕੁਝ ਨਹੀਂ ਕਹਿੰਦਾ। ਬੱਚੇ ਵੀ ਮਾਂ ਦੇ ਨਕਸ਼ੇ ਕਦਮਾਂ 'ਤੇ ਹੀ ਚੱਲ ਰਹੇ ਹਨ, ਇਸ ਲਈ ਉਸ ਘਰ ਵਿੱਚ ਮੇਰੀ ਹੈਸੀਅਤ ਉਹੀ ਹੈ ਜੋ ਪਹਿਲਾਂ ਹੁੰਦੀ ਸੀ। ਹੁਣ ਵੀ ਮੈਂ ਉੱਥੇ ਨੌਕਰੀ ਕਰਦਾ ਹਾਂ, ਬਸ ਫ਼ਰਕ ਇਹ ਹੈ ਰਫੀ ਸਾਹਿਬ ਦੀ ਬਜਾਏ 10 ਰੁਪਏ ਨੌਕਰੀ ਦੇ ਗੁਰਨਾਜ਼ ਤੋਂ ਬੜੇ ਹੱਕ ਨਾਲ ਮੰਗਦਾ ਹਾਂ, ਕਿਉਂਕਿ ਉਹ ਮੇਰੀ ਮਿਹਨਤ ਦੀ ਕਮਾਈ ਹੁੰਦੀ ਹੈ। ਜਮੀਲਾ ਨੂੰ ਅਗਰਬੱਤੀ ਦੀ ਖੁਸ਼ਬੂ ਬਹੁਤ ਪਸੰਦ ਹੈ, ਇਸ ਲਈ 10 ਰੁਪਏ ਦੀ ਅਗਰਬੱਤੀ ਲੈ ਆਉਂਦਾ ਹਾਂ। ਸੋਚਦਾ ਹਾਂ ਸਾਰੀ ਜ਼ਿੰਦਗੀ ਜਿਸ ਔਲਾਦ ਦੀ ਖਵਾਹਿਸ਼ ਪੂਰੀ ਕਰਦੇ ਕਰਦੇ ਗੁਜ਼ਾਰ ਦਿੱਤੀ, ਉਸ ਕੋਲ ਮੈਨੂੰ ਦੇਣ ਲਈ 2 ਘੜੀ ਦਾ ਸਮਾਂ ਵੀ ਨਹੀਂ ਹੈ। ਇੱਥੋਂ ਤੱਕ ਕਿ ਉਹ ਸ਼ਰਮ ਦੇ ਮਾਰੇ ਸਾਰੇ ਮਹਿਮਾਨਾਂ ਦੇ ਸਾਹਮਣੇ ਮੈਨੂੰ ਨੌਕਰ ਕਹਿ ਕੇ ਬੁਲਾਉਂਦਾ ਹੈ। ਮੈਨੂੰ ਦੁੱਖ ਨਹੀਂ ਹੁੰਦਾ, ਕਿਉਂਕਿ ਜ਼ਿੰਦਗੀ ਨੌਕਰੀ ਕਰਦੇ ਹੀ ਗੁਜ਼ਰੀ ਹੈ, ਫਿਰ ਨੌਕਰ ਕਹਾਉਣ ਵਿੱਚ ਕੀ ਸ਼ਰਮ। ਹੁਣ ਜਮੀਲਾ ਨੂੰ ਸਮਾਂ ਦੇਣ ਦਾ ਸਮਾਂ ਆਇਆ ਤਾਂ ਉਸ ਦਾ ਸਮਾਂ ਪੂਰਾ ਹੋ ਚੁੱਕਿਆ ਹੈ, ਪਰ ਫਿਰ ਵੀ ਉਸਦੇ ਕੋਲ ਬੈਠਦਾ ਹਾਂ, ਗੱਲਾਂ ਕਰਦਾ ਹਾਂ। ਮੈਨੂੰ ਆਪਣੀ ਜ਼ਿੰਦਗੀ ਨਾਲ ਕੋਈ ਸ਼ਿਕਾਇਤ ਨਹੀਂ। ਅਸੀਂ ਦੋਨੋਂ ਮੀਆਂ ਬੀਵੀ ਨੇ ਵੱਡੇ ਮੀਆਂ ਦੀਆਂ ਗੱਲਾਂ ਹੰਝੂ ਬਹਾਉਂਦੇ ਹੋਏ ਸੁਣੀਆਂ ਸਨ। ਮੇਰਾ ਰੋ ਰੋ ਕੇ ਬੁਰਾ ਹਾਲ ਸੀ। ਇਹ ਕਿਹੋ ਜਿਹਾ ਜ਼ੁਲਮ ਸੀ। ਇੰਨੇ ਵੱਡੇ ਘਰ ਵਿੱਚ ਨੌਕਰਾਂ ਦੀ ਕੀ ਕਮੀ ਸੀ ਜੋ ਇੱਕ ਸਹੁਰੇ ਦੀ ਸੇਵਾ ਵੀ ਨਹੀਂ ਕੀਤੀ ਜਾ ਸਕਦੀ ਸੀ। ਦੋਸਤੋ, ਇਹ ਕਹਾਣੀ ਕੋਈ ਨਵੀਂ ਨਹੀਂ ਹੈ। ਬਹੁਤ ਸਾਰੇ ਘਰਾਂ ਵਿੱਚ ਇਹ ਤਾਂ ਹੋ ਰਿਹਾ ਹੈ। ਕਿੰਨੇ ਹੀ ਮਾਂ-ਬਾਪ ਨਾਲ ਉਹਨਾਂ ਦੀਆਂ ਔਲਾਦਾਂ ਇਸੇ ਤਰ੍ਹਾਂ ਜ਼ਾਲਮਾਂ ਵਾਲਾ ਸਲੂਕ ਕਰਦੀਆਂ ਹਨ। ਤਾਂ ਦੋਸਤੋ, ਉਮੀਦ ਕਰਦਾ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਦੇ ਬਾਰੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ ਅਤੇ ਇਸੇ ਤਰ੍ਹਾਂ ਦੀਆਂ ਕਹਾਣੀਆਂ ਲਗਾਤਾਰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ, ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਤੁਰੰਤ ਪਹੁੰਚ ਸਕੇ। ਅਸੀਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਧੰਨਵਾਦ।